ਸਤਿ ਸ਼੍ਰੀ ਅਕਾਲ। ਵੌਇਸ ਆਫ ਪੰਜਾਬ ਟੀਵੀ ਨਾਲ ਜੁੜਿਓ ਤੁਸੀਂ। ਮੈਂ ਹਾਂ ਪ੍ਰਿੰਸ ਭਾਰਦਵਾਜ। ਆਓ ਜੀ ਤਾਂ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਵਿਚਾਰ ਚਰਚਾ ਇਸ ਗੱਲ ਦੀ ਕਿ ਜਿਸ ਤਰ੍ਹਾਂ ਦੇ ਇਸ ਵੇਲੇ ਸਮੂਹ ਭਾਰਤ ਦੇ ਵਿੱਚ ਹਾਲਾਤ ਹੋਏ ਹੋਏ ਨੇ, ਉਹਨਾਂ ਹਾਲਾਤਾਂ ਦੇ ਵਿੱਚੋਂ ਜਦੋਂ ਅਸੀਂ ਆਪਣੀ ਬੋਲੀ ਦੀ ਗੱਲ ਕਰਦੇ ਹੋਏ ਪੰਜਾਬੀ ਦੇ ਵਿੱਚ ਆਉਂਦੇ ਹਾਂ, ਦੇਸ਼ ਪੰਜਾਬ ਦੇ ਵਿੱਚ ਆਉਂਦੇ ਹਾਂ, ਤਾਂ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਕਿ ਕਿਸਾਨ ਮਜ਼ਦੂਰ ਤੋਂ ਲੈ ਕੇ ਹਰ ਉਹ ਪੰਜਾਬੀ ਜਿਹੜਾ ਪੰਜਾਬੀ ਇਨਸਾਨੀਅਤ ਨੂੰ, ਮਨੁੱਖਤਾ ਨੂੰ, ਲੋਕਾਈ ਨੂੰ ਪਿਆਰ ਕਰਦਾ ਹੈ, ਉਹ ਇਸ ਵਕਤ ਪੰਜਾਬ ਦੀ ਕਿਸਾਨੀ ਦਾ ਜਿਹੜਾ ਸੰਘਰਸ਼ ਹੈ, ਕਿਸਾਨੀ ਤੇ ਮਜ਼ਦੂਰੀ ਦਾ ਜਿਹੜਾ ਸੰਘਰਸ਼ ਹੈ, ਉਸ ਦੇ ਨਾਲ ਜਮਿਆ ਹੋਇਆ, ਲੱਗਿਆ ਹੋਇਆ, ਡਟਵੀਂ ਹਮਾਇਤ ਦੇ ਰਿਹਾ। ਉਸ ਤੋਂ ਅਗਲੇਰੀ ਗੱਲ, ਜਦੋਂ ਸ਼ੁਰੂਆਤ ਦੇ ਵਿੱਚ ਮੈਂ ਦੇਸ਼ ਭਾਰਤ ਦੀ ਗੱਲ ਕੀਤੀ ਹੈ, ਪੰਜਾਬ ਤੋਂ ਪਹਿਲਾਂ ਭਾਰਤ ਦੇਸ਼ ਦੇ ਜਿਸ ਤਰੀਕੇ ਦੇ ਰਾਜਨੀਤਿਕ ਹਾਲਾਤ ਬਣੇ ਹੋਏ ਨੇ, ਉਸ ਰਾਜਨੀਤਿਕ ਹਾਲਾਤਾਂ ਦੀ ਸਮੀਖਿਆ ਕਰਦੇ ਹੋਏ ਜਦੋਂ ਅਸੀਂ ਕਵੀਆਂ ਦੀ ਗੱਲ ਕਰਦੇ ਹਾਂ, ਲੇਖਕਾਂ ਦੀ ਗੱਲ ਕਰਦੇ ਹਾਂ, ਬੁੱਧੀਜੀਵੀਆਂ ਦੀ ਗੱਲ ਕਰਦੇ ਹਾਂ, ਕਹਾਣੀਕਾਰਾਂ ਦੀ ਗੱਲ ਕਰਦੇ ਹਾਂ, ਨਾਵਲਿਸਟ ਦੀ ਗੱਲ ਕਰਦੇ ਹਾਂ, ਆਜ਼ਾਦਾਨਾ ਪੱਤਰਕਾਰਤਾ ਦੀ ਗੱਲ ਕਰਦੇ ਹਾਂ, ਆਜ਼ਾਦਾਨਾ ਪੱਤਰਕਾਰਾਂ ਦੀ ਗੱਲ ਕਰਦੇ ਹਾਂ, ਜਾਂ ਹਰ ਉਹ ਆਵਾਜ਼ ਜਿਹੜੀ ਆਵਾਜ਼ ਲੋਕਤੰਤਰਿਕ ਅਤੇ ਜਮਹੂਰੀ ਢੰਗ ਨਾਲ ਚੱਕੀ ਜਾਂਦੀ ਹੈ, ਪਰ ਸਰਕਾਰ ਦੀਆਂ ਮਤਲਬ ਜਿਹੜੀਆਂ ਵੀ ਐਸਟੈਬਲਿਸ਼ਮੈਂਟ ਹੁੰਦੀਆਂ ਨੇ ਉਹਨਾਂ ਦੇ ਕੰਨ ਤੱਕ ਨਹੀਂ ਪਹੁੰਚਦੀ, ਤੇ ਫਿਰ ਪੰਜਾਬ ਦੀਆਂ ਜਿਹੜੀਆਂ ਲੇਖਕ ਸਭਾਵਾਂ ਨੇ, ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡੀ ਪੰਜਾਬ ਦੀ ਜਿਹੜੀ ਲੇਖਕ ਸਭਾ ਹੈ, ਕੇਂਦਰੀ ਪੰਜਾਬੀ ਲੇਖਕ ਸਭਾ, ਉਸ ਨੇ ਪੰਜਾਬ ਦੇ ਇਹਨਾਂ ਸਾਰੇ ਹਾਲਾਤਾਂ ਨੂੰ, ਹਿੰਦੁਸਤਾਨ ਦੇ ਇਹਨਾਂ ਸਾਰੇ ਸੰਦਰਭਾਂ ਨੂੰ ਸੂਖਮਤਾ ਨਾਲ ਵਿਚਾਰਦੇ ਹੋਏ, ਸੋਚਦੇ ਹੋਏ, ਸਮਝਦੇ ਹੋਏ ਪੰਜਾਬ ਦੇ ਕਿਸਾਨੀ ਦੇ, ਮਜ਼ਦੂਰੀ ਦੇ ਤੇ ਪੰਜਾਬੀਅਤ ਦੇ ਸੰਘਰਸ਼ ਨੂੰ ਆਪਣਾ ਡਟਵਾਂ ਸਾਥ ਦਿੱਤਾ ਹੈ। ਮੇਰੇ ਨਾਲ ਡਾਕਟਰ ਸੁਖਦੇਵ ਸਿੰਘ ਸਿਰਸਾ, ਜਨਰਲ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ, ਬੜੇ ਵੱਡੇ ਅਦੀਬ, ਪੰਜਾਬੀ ਸਾਹਿਤਕਾਰੀ ਦੇ ਬਹੁਤ ਵੱਡੇ ਅਦੀਬ, ਆਲੋਚਨਾ ਦੇ ਉੱਤੇ ਬਹੁਤ ਵੱਡਾ ਕੰਮ ਡਾਕਟਰ ਸੁਖਦੇਵ ਸਿੰਘ ਸਿਰਸਾ ਹੋਰੀ ਕਰਦੇ ਰਹੇ ਨੇ। ਆਓ ਤਾਂ ਫਿਰ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ, ਵਿਚਾਰ ਚਰਚਾ ਸ਼ੁਰੂ ਕਰਦੇ ਹਾਂ ਡਾਕਟਰ ਸੁਖਦੇਵ ਸਿੰਘ ਸਿਰਸਾ ਹੋਰਾਂ ਨਾਲ। ਸਿਰਸਾ ਸਾਹਿਬ, ਸਵਾਗਤ ਹੈ ਜੀ ਵੌਇਸ ਆਫ ਪੰਜਾਬ ਟੀਵੀ ਤੇ। ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਮਿਹਰਬਾਨੀ ਵੌਇਸ ਆਫ ਪੰਜਾਬ ਦਾ ਕਿ ਤੁਸੀਂ ਮੈਨੂੰ ਗੱਲ ਕਹਿਣ ਦਾ ਮੌਕਾ ਦੇ ਰਹੇ ਹੋ ਜੀ। ਸਿਰਸਾ ਸਾਹਿਬ, ਵੈਸੇ ਤਾਂ ਹਿੰਦੁਸਤਾਨ ਦੇ ਹਾਲਾਤ ਤੁਹਾਨੂੰ ਬੜੇ ਚੰਗੇ ਤਰੀਕੇ ਨਾਲ ਨਜ਼ਰ ਆਉਂਦੇ ਆ। ਤੁਸੀਂ ਉਮਰ ਦੇ ਵੀ ਪੜਾਅ ਦੇਖੇ ਆ, ਤੁਸੀਂ ਆਪਣੇ ਜੀਵਨ ਦੇ ਵਿੱਚ ਸੰਘਰਸ਼ ਵੀ ਦੇਖਿਆ, ਵਿਦਿਆਰਥੀ ਸੰਘਰਸ਼ਾਂ ਤੋਂ ਲੈ ਕੇ ਅਧਿਆਪਕ ਸੰਘਰਸ਼ਾਂ ਤੱਕ, ਲੇਖਕਾਂ ਦੇ ਸੰਘਰਸ਼। ਪਰ ਹੁਣ ਜਿਹੜੇ ਹਾਲਾਤ ਹਿੰਦੁਸਤਾਨ 'ਚ ਓਵਰਆਲ ਬਣੇ ਹੋਏ ਆ, ਪੰਜਾਬ 'ਚ ਬਾਅਦ 'ਚ ਆਉਂਦੇ ਆ, ਉਹਨਾਂ ਹਾਲਾਤਾਂ ਨੂੰ ਕਿਸ ਤਰੀਕੇ ਨਾਲ ਜਾਂਚਦੇ ਹੋ? ਵੌਇਸ ਆਫ ਡਿਸੈਂਟ ਜਿਹੜੀ ਹੈ, ਜਾਂ ਡਾਇਲੌਗ ਦੀ ਜਿਹੜੀ ਗੱਲਬਾਤ ਹੈ, ਆਪਣੀ ਆਵਾਜ਼ ਚੱਕਣ ਦੀ, ਹਕੂਕੀ ਆਵਾਜ਼ ਚੱਕਣ ਦੀ, ਜਾਂ ਜਮਹੂਰੀਅਤ ਤੇ ਲੋਕਤੰਤਰਿਕ ਢਾਂਚੇ ਦੇ ਵਿੱਚ ਰਹਿ ਕੇ ਆਵਾਜ਼ ਚੱਕਣ ਦੀ ਗੱਲ ਹੈ, ਉਹਨੂੰ ਡਾਕਟਰ ਸੁਖਦੇਵ ਸਿੰਘ ਸਿਰਸਾ ਹੋਰੀ ਬਤੌਰ ਲੇਖਕ ਕਿਵੇਂ ਮੰਨਦੇ ਨੇ? ਅੱਜ ਕੱਲ੍ਹ ਕੀ ਹਾਲਾਤ ਨੇ? ਦੇਖੋ, ਜਿੱਥੋਂ ਤੱਕ ਹਿੰਦੁਸਤਾਨ ਦੀਆਂ ਮੌਜੂਦਾ ਸਥਿਤੀਆਂ ਦੀ ਗੱਲ ਆ, ਇੱਕ ਪਾਸੇ ਬਹੁਤ ਵੱਡਾ ਆਰਥਿਕ ਸੰਕਟ ਆ ਜਿਹੜਾ ਅਸੀਂ ਫੇਸ ਕਰ ਰਹੇ ਹਾਂ। ਹਿੰਦੁਸਤਾਨ ਦੀ GDP ਲਗਾਤਾਰ ਗਿਰ ਰਹੀ ਆ। ਇਸ ਵੇਲੇ ਬਾਜ਼ਾਰ 'ਚ ਇੰਨੀ ਮੰਦੀ ਆ ਕਿ ਹਰ ਤਰ੍ਹਾਂ ਦਾ ਬਾਜ਼ਾਰ ਖਤਮ ਹੋ ਚੁੱਕਾ ਆ, ਰੁਜ਼ਗਾਰ ਖਤਮ ਹੋ ਚੁੱਕਾ ਆ। ਸੋ ਇੱਕ ਪਾਸੇ ਤਾਂ ਬਹੁਤ ਵੱਡਾ ਆਰਥਿਕ ਸੰਕਟ ਆ ਜਿਹਨੂੰ ਅਸੀਂ ਫੇਸ ਕਰ ਰਹੇ ਹਾਂ। ਦੂਸਰੇ ਪਾਸੇ ਮੈਂ ਸਮਝਦਾ ਕਿ ਹਿੰਦੁਸਤਾਨ ਦਾ ਆਮ ਆਦਮੀ ਬਹੁਤ ਹੀ ਦਹਿਸ਼ਤ ਵਿੱਚ ਆ। ਜਿਸ ਕਿਸਮ ਦੀ ਦਹਿਸ਼ਤ ਪਿਛਲੇ ਕੁਝ ਸਾਲਾਂ 'ਚ ਸਰਕਾਰ ਵੱਲੋਂ ਤੇ ਸਰਕਾਰ ਦੀ ਜਿਹੜੀ ਹੈਗੀ ਸ਼ਹਿ ਪ੍ਰਾਪਤ ਉਹਨਾਂ ਹਿੰਦੂਤਵਵਾਦੀ ਜਥੇਬੰਦੀਆਂ ਵੱਲੋਂ ਪੇਸ਼ ਕੀਤੀ ਜਾ ਰਹੀ ਆ, ਉਹਦੇ ਨਾਲ ਆਮ ਬੰਦਾ ਤੇ ਖਾਸ ਕਰਕੇ ਜਿਹੜੀਆਂ ਮਿਨੋਰਟੀਜ਼ ਨੇ ਹਿੰਦੁਸਤਾਨ ਦੇ ਵਿੱਚ ਅੱਜ ਹੋ ਕੀ ਰਿਹਾ ਕਿ ਚਾਹੇ ਉਹ ਮਿਨੋਰਟੀ ਮੁਸਲਿਮ ਮਿਨੋਰਟੀ ਆ, ਚਾਹੇ ਉਹ ਸਿੱਖ ਮਿਨੋਰਟੀ ਆ, ਤੇ ਚਾਹੇ ਉਹ ਈਸਾਈਆਂ ਦੀ ਮਿਨੋਰਟੀ ਆ, ਅੱਜ ਹਰ ਜਿਹੜੀ ਆ ਅਕਲੀਅਤ ਜਿਹੜੀ ਹੈਗੀ ਆ ਉਹ ਬਹੁਤ ਡਰੀ ਹੋਈ ਆ। ਤੁਸੀਂ ਇਹ ਦੇਖੋ ਕਿ ਪਿਛਲੇ ਸਮੇਂ 'ਚ ਕੀ ਕੁਝ ਵਾਪਰਿਆ ਹਿੰਦੁਸਤਾਨ 'ਚ। ਮੌਬ ਲਿੰਚਿੰਗ ਹੋਈ ਆ, ਲੋਕਾਂ ਦੀਆਂ ਰਸੋਈਆਂ ਤੱਕ ਅਸੀਂ ਪਹੁੰਚ ਗਏ ਕਿ ਤੁਸੀਂ ਲੋਕਾਂ ਦੀਆਂ ਰਸੋਈਆਂ ਤੱਕ ਪਹੁੰਚ ਕੇ ਦੇਖੋ ਕਿ ਉਹਦੇ 'ਚ ਗਊ ਮਾਸ ਹੈ ਜਾਂ ਨਹੀਂ ਹੈ। ਸੋ ਅੱਜ ਜਿਹੜੇ ਗਊ ਰਕਸ਼ਕ ਨੇ, ਉਹਨਾਂ ਦੀਆਂ ਭੀੜਾਂ ਨੇ, ਉਹ ਇੱਕ ਸਧਾਰਨ ਕਿਸਾਨ ਜਿਹੜਾ ਆਪਣੇ ਘਰ ਲਈ ਗਊ ਖਰੀਦ ਕੇ ਲੈ ਕੇ ਜਾ ਰਿਹਾ, ਉਹਦਾ ਰਾਜ ਕਤਲ ਕਰ ਦਿੰਦੀ ਆ ਕਿ ਇਹ ਗਊ ਨੂੰ ਮਾਰ ਕੇ ਖਾਣ ਲਈ ਲੈ ਕੇ ਜਾ ਰਿਹਾ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਹਿੰਦੁਸਤਾਨ ਬਹੁਤ ਸਾਰੇ ਸੰਕਟਾਂ ਵਿੱਚ ਘਿਰਿਆ ਹੋਇਆ ਆ। ਇੱਕ ਸੰਕਟ ਸਾਡੀ ਆਰਥਿਕਤਾ ਦਾ ਆ। ਇਸ ਵੇਲੇ ਵਿਸ਼ਵ ਪੱਧਰ 'ਤੇ ਹਿੰਦੁਸਤਾਨ ਆਰਥਿਕਤਾ ਦੇ ਵਿੱਚ ਬਹੁਤ ਪਛੜ ਚੁੱਕਾ ਹੈ। ਦੂਸਰੇ ਪਾਸੇ ਅਸੀਂ ਇਹ ਦੇਖਦੇ ਹਾਂ ਕਿ ਹਿੰਦੁਸਤਾਨ ਇੱਕ ਸੈਕੂਲਰ ਦੇਸ਼ ਆ, ਇੱਕ ਡੈਮੋਕ੍ਰੇਟਿਕ ਦੇਸ਼ ਆ, ਔਰ ਇਹਦੀ ਇੱਕ ਬੜੀ ਕਮਾਲ ਦੀ ਪਰੰਪਰਾ ਆ, ਸਹਿ ਹੋਂਦ ਦੀ ਪਰੰਪਰਾ, ਇਕੱਠੇ ਰਹਿਣ ਦੀ ਪਰੰਪਰਾ। ਅੱਜ ਹੋ ਕੀ ਰਿਹਾ? ਅੱਜ ਇੰਨਾ ਸੰਪਰਦਾਇਕ ਤਣਾਅ ਆ ਕਿ ਅੱਜ ਹਾਮਦ ਅੰਸਾਰੀ ਵਰਗੇ ਇੱਕ ਇਸਲਾਮਿਕ ਚਿੰਤਕ ਨੂੰ ਇਹ ਕਹਿਣਾ ਪੈ ਰਿਹਾ ਕਿ ਹਿੰਦੁਸਤਾਨ ਦਾ ਮੁਸਲਮਾਨ ਡਰਿਆ ਹੋਇਆ ਆ। ਅੱਜ ਅਸੀਂ ਇਹ ਦੇਖ ਰਹੇ ਹਾਂ ਕਿ ਹਿੰਦੁਸਤਾਨ ਦੀਆਂ ਜਿਹੜੀਆਂ ਅਕਲੀਤਾਂ ਨੇ, ਜਿਹੜੀਆਂ ਘੱਟ ਗਿਣਤੀਆਂ ਨੇ, ਉਹ ਇੰਨੀਆਂ ਸਹਿਮੀਆਂ ਹੋਈਆਂ ਨੇ, ਇੰਨੀਆਂ ਡਰੀਆਂ ਹੋਈਆਂ ਨੇ। ਔਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਸਾਡੇ ਦੇਸ਼ ਵਿੱਚ ਦੋ ਪਰੰਪਰਾਵਾਂ ਸੀ। ਆਪਣੀ ਗੱਲ ਨਿਰਭੈ ਹੋ ਕੇ ਕਹਿਣ ਦੀ ਪਰੰਪਰਾ, ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰਗਟਾਵੇ ਦੀ ਆਜ਼ਾਦੀ। ਸਾਡਾ ਸੰਵਿਧਾਨ ਸਾਨੂੰ ਪ੍ਰਗਟਾਵੇ ਦੀ ਆਜ਼ਾਦੀ ਦਿੰਦਾ ਆ। ਵੌਇਸ ਆਫ ਡੈਸੈਂਟ ਜਿਹੜਾ ਖਾਸ ਤੌਰ 'ਤੇ ਇਹ ਪੰਜਾਬ ਦੀ ਪਰੰਪਰਾ ਸੀ।
ਪੰਜਾਬ ਹਮੇਸ਼ਾ ਆਪਣੇ ਡੈਸੈਂਟ ਕਰਕੇ ਜਾਣਿਆ ਜਾਂਦਾ ਸੀ। ਬਿਲਕੁਲ, ਸਾਨੂੰ ਤਾਂ ਬਾਬਾ ਨਾਨਕ ਨੇ ਫਲਸਫਾ ਦਿੱਤਾ ਹੈ ਆਪਣੇ ਡਾਇਲੌਗ ਦਾ। ਅੱਜ ਹੋ ਇਹ ਰਿਹਾ ਕਿ ਜਿਹੜਾ ਵੀ ਬੰਦਾ ਬੋਲਦਾ ਆ ਉਹਨੂੰ ਗੈਂਗ ਕਹਿ ਦਿੱਤਾ ਜਾਂਦਾ, ਉਹਨੂੰ ਅਰਬਨ ਨਕਸਲਾਈਟ ਕਹਿ ਦਿੱਤਾ ਜਾਂਦਾ। ਔਰ ਇੱਥੋਂ ਤੱਕ ਕਿ ਜਦੋਂ ਅਸੀਂ ਦੇਖਦੇ ਹਾਂ ਕਿ ਬਰਤਾਨਵੀ ਬਸਤੀਵਾਦ ਵੇਲੇ ਜਿਸ ਕਿਸਮ ਦਾ ਦਮਨ ਅਸੀਂ ਦੇਖਿਆ ਸੀ, ਅੱਜ ਬਿਲਕੁਲ ਉਸੇ ਕਿਸਮ ਦਾ ਦਮਨ ਅਸੀਂ ਦੇਖ ਰਹੇ ਹਾਂ। ਅੱਜ ਕੋਈ ਦਲੀਲ ਨਹੀਂ, ਕੋਈ ਵਕੀਲ ਨਹੀਂ ਤੁਹਾਡੇ ਕੋਲੇ। ਅੱਜ ਜਿਹੜੇ ਸਾਡੇ ਬੁੱਧੀਜੀਵੀ ਨੇ, ਤੁਸੀਂ ਅੱਜ ਦੇਖ ਰਹੇ ਹੋ ਕਿ ਅੱਜ ਹਾਈ ਕੋਰਟ ਨੂੰ ਦਖਲ ਦੇਣਾ ਪਿਆ ਕਿ ਤੁਸੀਂ ਬਰਬਰਾ ਰਾਓ ਨੂੰ ਸਰਕਾਰੀ ਹਸਪਤਾਲ, ਸਰਕਾਰੀ ਜੇਲ੍ਹ ਦੇ ਹਸਪਤਾਲ ਵਿੱਚ ਨਹੀਂ ਰੱਖ ਸਕਦੀ। ਇੱਕ 91 ਸਾਲ ਦਾ ਬੰਦਾ, ਐਡਾ ਵੱਡਾ ਸਾਡਾ ਹਿੰਦੁਸਤਾਨ ਦਾ ਨਾਮਵਰ ਰਾਈਟਰ, ਅੱਜ ਉਹਨੂੰ ਮਹਾਰਾਸ਼ਟਰ ਦੀ ਸਰਕਾਰ ਨੂੰ ਝਾੜਾਂ ਪਾਈਆਂ ਸੁਪਰੀਮ ਹਾਈ ਕੋਰਟ ਨੇ ਕਿ ਇਹਦਾ ਇਲਾਜ ਪ੍ਰੋਪਰ ਨਾਨਾਵਤੀ ਹਸਪੀਟਲ 'ਚੋਂ ਕਰਾਓ। ਅੱਜ ਹੋ ਕੀ ਰਿਹਾ? ਮੈਂ ਇਸ ਗੱਲ ਤੇ ਇਹ ਗੱਲ ਸਾਨੂੰ ਸਾਰਿਆਂ ਨੂੰ ਸ਼ਰਮਸਾਰ ਕਰਦੀ ਹੈ। ਸਾਡੇ ਸਿਰ ਝੁਕ ਜਾਣੇ ਚਾਹੀਦੇ ਆ। ਹਿੰਦੁਸਤਾਨ ਵਿੱਚ ਔਰਤ ਦੀ ਔਰ ਖਾਸ ਤੌਰ ਤੇ ਮਾਂ ਬਣਨ ਜਾ ਰਹੀ ਔਰਤ ਦੀ ਬਹੁਤ ਵੱਡੀ ਰਿਸਪੈਕਟ ਆ। ਅੱਜ ਸਾਡੇ ਹੋ ਕੀ ਰਿਹਾ ਕਿ ਜਾਮੀਆ ਮਿਲੀਆ ਇਸਲਾਮੀਆ ਦੀ ਵਿਦਿਆਰਥਣ ਜਿਹੜੀ ਕੁੜੀ PhD ਕਰ ਰਹੀ ਆ, ਜਿਹੜੀ ਫੈਮਿਲੀ ਵਿੱਚ ਆ, ਉਹਨੂੰ ਸ਼ਾਹੀਨ ਬਾਗ ਦੇ ਹਵਾਲੇ ਨਾਲ ਫੜ ਕੇ ਅੰਦਰ ਕਰ ਦਿੱਤਾ ਆ। ਇੱਕ ਧੀ ਜਿਹੜੀ ਜੇਲ੍ਹ 'ਚੋਂ ਬੈਠੀ ਗੁਹਾਰ ਲਵਾ ਰਹੀ ਆ ਕਿ ਮੇਰਾ ਬੱਚਾ ਅਫੈਕਟ ਹੋਏਗਾ, ਉਸ ਧੀ ਦੀ ਜ਼ਮਾਨਤ ਤੱਕ ਨਹੀਂ ਕਰਦੇ। ਜੇ ਜ਼ਮਾਨਤ ਹੋ ਜਾਂਦੀ ਤਾਂ ਉਹਨੂੰ ਰਿਹਾ ਨਹੀਂ ਕਰਦੇ। ਅੱਜ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦਾ 19 ਸਾਲ ਦਾ ਮੁੰਡਾ ਲਵਪ੍ਰੀਤ ਸਿੰਘ, ਜਿਹੜਾ ਸ਼ਹੀਨ ਬਾਗ ਦੇ ਵਿੱਚ ਲੰਗਰ ਲੈ ਕੇ ਜਾਂਦਾ ਸੀ। ਲੰਗਰ ਪੰਜਾਬ ਦੀ ਪਰੰਪਰਾ ਆ, ਹਰ ਭੁੱਖੇ ਤੱਕ ਰੋਟੀ ਪਹੁੰਚਾਉਣੀ ਪੰਜਾਬ ਦਾ ਈਮਾਨ ਆ ਇਹ। ਅੱਜ ਉਸ ਬੱਚੇ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਪਿਆ, ਇਹਨਾਂ ਨੇ ਜੂਨ ਤੋਂ ਚੱਕ ਕੇ ਜੇਲ੍ਹ 'ਚ ਸੁੱਟਿਆ ਪਿਆ। ਸਾਡੇ 19 ਸਾਲ ਦੇ ਬੱਚੇ, ਸਾਡੀਆਂ 32 ਸਾਲ ਦੀਆਂ ਧੀਆਂ ਜਿਹੜੀਆਂ ਮਾਂ ਬਣਨ ਵਾਲੀਆਂ ਨੇ, ਸ਼ਗੂਰਾ ਵਰਗੀਆਂ ਕੁੜੀਆਂ। ਔਰ ਅੱਜ ਸਾਡੇ ਕੋਲ ਜਿੰਨੇ ਵੱਡੇ ਬੁੱਧੀਜੀਵੀ ਨੇ, ਚਾਹੇ ਉਹ ਗੌਤਮ ਨਵਲੱਖਾ ਆ, ਚਾਹੇ ਉਹ ਸਾਡੇ ਸਾਈਂ ਬਾਬਾ ਨੇ, ਜਾਂ ਹਿੰਦੁਸਤਾਨ ਦੇ ਬਿਲਕੁਲ ਸਟੇਨ ਸਵਾਮੀ, ਜਿਹੜਾ ਬੰਦਾ ਵਾਤਾਵਰਣ ਲਈ ਕੰਮ ਕਰ ਰਿਹਾ, ਅੱਜ ਉਹਨਾਂ ਬੰਦਿਆਂ ਨੂੰ ਤੁਸੀਂ ਫੜ ਕੇ ਅੰਦਰ ਕਰ ਰਹੇ ਆ। ਅੱਜ ਤੁਸੀਂ ਦੇਖੋ ਕਿ ਸ਼ਰਮਸਾਰੀ ਵਾਲੀ ਗੱਲ ਇਹ ਆ ਕਿ ਇੱਕ ਪਾਸੇ ਸਾਰਾ ਹਿੰਦੁਸਤਾਨ, ਪੰਜਾਬ ਦਾ ਕਿਸਾਨ, ਸਧਾਰਨ ਪੰਜਾਬ ਦਾ ਕਿਸਾਨ ਵੀ ਜਾਣਦਾ ਆ ਕਿ ਘਨਈਏ ਨੂੰ ਸੁਣਨਾ ਆ। ਔਰ ਜਿਸ ਬੰਦੇ ਦੇ ਉੱਤੇ ਕੋਈ ਕੇਸ ਨਹੀਂ, ਜਿਹੜਾ ਇੰਨਾ ਸ਼ਾਰਪ ਬੱਚਾ ਆ, ਔਰ ਉਸ ਬੱਚੇ ਦੇ ਉੱਤੇ ਕੇਸ ਨਹੀਂ ਪਾਏ ਜਾ ਰਹੇ। 2-2 ਸਾਲ ਤੋਂ ਬੰਦੇ ਅੰਦਰ ਨੇ। ਐਸੇ ਕਾਨੂੰਨ ਬਣਾਤੇ ਕਿ 2-2 ਸਾਲ ਤੋਂ ਬੰਦੇ ਜੇਲ੍ਹਾਂ 'ਚ ਡੱਕੇ ਹੋਏ ਨੇ, ਕੋਈ ਸੁਣਵਾਈ ਨਹੀਂ ਹੋ ਰਹੀ। ਨਾ ਦਲੀਲ, ਨਾ ਅਪੀਲ, ਨਾ ਵਕੀਲ। ਯਾਦ ਆ ਰਹੇ ਨੇ ਫੈਜ਼ ਅਹਿਮਦ ਫੈਜ਼ ਦੇ ਬੋਲ ਕੇ ਲਵ ਆਜ਼ਾਦ ਹੈ ਤੇਰੇ। ਕਿੱਥੇ ਸਾਡੇ ਲਵ ਆਜ਼ਾਦ ਨੇ? ਕਿੱਥੇ ਬੋਲਣ ਦੀ ਆਜ਼ਾਦੀ ਗਈ ਸਾਡੀ? ਕਿੱਥੇ ਸਾਡਾ ਸੱਚ ਕਹਿਣ ਦੀ ਆਜ਼ਾਦੀ ਕਿੱਥੇ ਗਈ? ਸੋ ਮੈਨੂੰ ਇਹ ਲੱਗਦਾ ਆ ਕਿ ਹਿੰਦੁਸਤਾਨ, ਅਸੀਂ ਇਸ ਵੇਲੇ ਬਹੁਤ ਹੀ ਹਿੰਸਾਤਮਕ ਮਾਹੌਲ ਵਿੱਚ ਜੀ ਰਹੇ ਹਾਂ। ਡਾਕਟਰ ਸਾਹਿਬ, ਇਹ ਲੱਗਦਾ ਜੋ ਕੁਝ ਬਾਕੀ ਸੂਬਿਆਂ ਦੇ ਵਿੱਚ ਵਾਪਰ ਰਿਹਾ ਹੈ, ਵਰਾਵਰ ਰਾਓ ਨੂੰ ਚੱਕ ਕੇ ਅੰਦਰ ਕਰ ਦਿੱਤਾ ਜਾਂਦਾ, ਸਟੇਨ ਸਵਾਮੀ ਨੂੰ ਚੱਕ ਕੇ, ਬਹੁਤ ਸਾਰੇ ਪੱਤਰਕਾਰ ਨੇ, ਗੌਤਮ ਨਵਲੱਖਾ ਹੋ ਰਹੇ, ਸੁਧਾ ਭਾਰਦਵਾਜ ਹੋ ਰਹੀ, ਸਾਰਿਆਂ ਨੂੰ ਚੱਕ ਕੇ ਮਤਲਬ ਅੰਦਰ ਠੋਕ ਦਿੱਤਾ ਜਾਂਦਾ ਤੇ ਜ਼ਮਾਨਤ ਤੱਕ ਦੀ ਪ੍ਰਕਿਰਿਆ ਜਿਹੜੀ ਉਹ ਸ਼ੁਰੂ ਹੀ ਨਹੀਂ ਹੁੰਦੀ ਹੈਗੀ। ਕੇਸ ਜਾਂ ਫਾਈਲ ਹੋਣੀ ਉਹ ਤਾਂ ਬਾਅਦ ਦੀਆਂ ਗੱਲਾਂ ਨੇ। ਕੀ ਆਉਣ ਵਾਲੇ ਸਮੇਂ 'ਚ ਇਹ ਕੁਛ, ਜਿੱਦਾਂ ਆਪਾਂ ਲਵਪ੍ਰੀਤ ਦੀ ਉਦਾਹਰਨ ਵੀ ਦੇਖੀ ਹੈ, ਔਰ ਹੁਣ ਤੋਂ 1.5 ਮਹੀਨੇ ਪਹਿਲਾਂ ਤੱਕ ਪੰਜਾਬ ਦੇ ਕਈ ਨੌਜਵਾਨਾਂ ਤੇ ਧੱਕੇ ਨਾਲ UAPA ਲਾ ਕੇ, ਉਹ ਐਸਾ ਜਿਹੜਾ ਇੱਕ ਐਕਟ ਹੈ ਉਹ ਲਾ ਕੇ ਉਹਨਾਂ ਨੂੰ ਚੱਕ ਕੇ ਅੰਦਰ ਕਰ ਦਿੱਤਾ ਜਾਂਦਾ, ਜਿਨ੍ਹਾਂ ਦਾ ਆਧਾਰ ਕੋਈ ਨਹੀਂ। ਕੀ ਆਉਣ ਵਾਲੇ ਸਮੇਂ 'ਚ ਪੰਜਾਬ ਦਾ ਜਿਹੜਾ ਬੁੱਧੀਜੀਵੀ ਵਰਗ ਹੈ, ਪੰਜਾਬ ਦਾ ਜਿਹੜਾ ਲੇਖਕ ਵਰਗ ਹੈ, ਪੰਜਾਬ ਦੀ ਜਿਹੜੀ ਆਵਾਜ਼ਾਂ, ਕਲਮਕਾਰ ਆਵਾਜ਼ਾਂ ਨੇ ਜਿਹੜੀਆਂ, ਕੀ ਉਹਨਾਂ ਤੇ ਵੀ ਸਾਨੂੰ ਆ ਕੁਝ ਦੇਖਣ ਨੂੰ ਮਿਲ ਸਕਦਾ, ਚਾਹੇ ਸਰਕਾਰ ਸੂਬੇ ਦੇ ਵਿੱਚ ਕਾਂਗਰਸ ਦੀ ਹੋਵੇ? ਦੇਖੋ, ਜਿਹੜੀ ਤਾਜ਼ਾ ਸਥਿਤੀ ਇਹ ਆ ਕਿ ਬਠਿੰਡਾ ਜ਼ਿਲ੍ਹੇ ਦੇ ਵਿੱਚ, ਖਾਸ ਤੌਰ ਤੇ ਬਠਿੰਡਾ ਸ਼ਹਿਰ ਦੇ ਵਿੱਚ, ਜਿਹੜੇ ਪਬਲਿਕ ਬੁੱਧੀਜੀਵੀ ਸੀ, ਚਾਹੇ ਉਹ ਅਤਰਜੀਤ ਵਰਗੇ ਸਾਡੇ, ਬਿਲਕੁਲ ਮੈਂ ਉੱਥੇ ਹੀ ਆਉਣ ਲੱਗਿਆ ਸੀ, ਬਹੁਤ ਬਿਲਕੁਲ ਸਹੀ, ਸਾਡੇ MD ਡਾਕਟਰ ਨੇ ਅਜੀਤ ਸਿੰਘ, ਜਿਹੜੇ ਸਾਡੇ ਅਜੀਤ ਸਿੰਘ ਨੇ ਡਾਕਟਰ, ਉਹ MD ਨੇ, ਲੋਕਾਂ ਦੀ ਸੇਵਾ ਵੀ ਕਰਦੇ ਨੇ, ਨਾਲ ਲਿਖਦੇ ਵੀ ਨੇ। ਅੱਜ ਉਹਨਾਂ ਦੇ ਘਰਾਂ 'ਚ ਜਾ ਕੇ ਪੁਲਿਸ ਜਬਰੀ ਤੌਰ ਤੇ ਉਹਨਾਂ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਆ। ਅੱਜ ਤੁਸੀਂ ਪੰਜਾਬ ਦੇ ਬੁੱਧੀਜੀਵੀਆਂ ਨੂੰ ਇੰਜ ਪੇਸ਼ ਕਰ ਰਹੇ ਹੋ ਜਿਵੇਂ ਪੰਜਾਬ ਦੇ ਬੁੱਧੀਜੀਵੀਆਂ ਤੋਂ ਹਿੰਦੁਸਤਾਨ ਨੂੰ ਬਹੁਤ ਖਤਰਾ ਆ। ਖਤਰਾ ਅੱਜ ਮੈਂ ਸਮਝਦਾ ਕਿ ਇਸ ਵੇਲੇ ਜੇ ਖਤਰਾ ਹੈ ਤਾਂ ਹਿੰਦੁਸਤਾਨ ਦੇ ਸੰਵਿਧਾਨ ਨੂੰ ਖਤਰਾ ਆ। ਹਿੰਦੁਸਤਾਨ ਦੇ ਸੰਵਿਧਾਨ ਦੀ ਆਤਮਾ ਵਿਗਾੜੀ ਜਾ ਰਹੀ ਆ। ਸਾਡੀ ਸੈਕੂਲਰਿਟੀ ਨੂੰ, ਸਾਡੀ ਇਕੱਠਿਆਂ ਰਹਿਣ ਦੀ ਪਰੰਪਰਾ ਨੂੰ, ਸਾਡੀ ਤਰਕਸ਼ੀਲ ਪਰੰਪਰਾ ਨੂੰ। ਸਭ ਤੋਂ ਵੱਡੀ ਗੱਲ ਇਹ ਆ ਕਿ ਹਿੰਦੁਸਤਾਨ ਦੇ ਸਾਇੰਟਿਸਟ ਹੱਥ ਖੜੇ ਕਰ ਗਏ। ਹਿੰਦੁਸਤਾਨ ਦੇ ਸਾਇੰਸ ਕਾਂਗਰਸ ਵਿੱਚ ਜਾ ਕੇ ਮੋਦੀ ਜੋ ਕਹਿੰਦਾ ਕਿ ਸਾਡੇ ਕੋਲ ਤਾਂ 4000 ਸਾਲ ਪਹਿਲਾਂ ਜਿਹੜੀ ਸੀਗੀ ਉਹ ਸਰਜਰੀ ਕਰਨ ਦੀ ਪਰੰਪਰਾ ਸੀ, ਪਲਾਸਟਿਕ ਸਰਜਰੀ। ਹਿੰਦੁਸਤਾਨ ਦੇ ਬੁੱਧੀਜੀਵੀਆਂ ਨੇ, ਸਾਇੰਟਿਸਟਾਂ ਨੇ ਇਹਨਾਂ ਨੂੰ ਹੱਥ ਬੰਨ੍ਹ ਦਿੱਤੇ ਆ ਕਿ ਮਹਾਰਾਜ ਸਾਡੀਆਂ ਸਾਇੰਸ ਕਾਨਫਰੰਸਾਂ ਵਿੱਚ ਆ ਕੇ ਇਹੋ ਜਿਹੇ ਕਮਲ ਨਾ ਕੁੱਟੋ। ਸੋ ਹਿੰਦੁਸਤਾਨ ਦਾ ਇਤਿਹਾਸ ਵਿਗਾੜਿਆ ਜਾ ਰਿਹਾ। ਪਰ ਉਹ ਆਵਾਜ਼ਾਂ ਖੁੱਲ੍ਹ ਕੇ ਸਾਹਮਣੇ ਨਹੀਂ ਆਉਂਦੀਆਂ, ਸਾਰੇ ਡਰਦੇ ਆ। ਪ੍ਰਧਾਨ ਮੰਤਰੀ, ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਇੰਨਾ ਬਾਹਯਾਤਮਾ ਸ਼ਬਦ ਵਰਤ ਰਿਹਾ,
ਮੈਂ ਬਹੁਤ ਸੋਚ ਸੱਚ ਕੇ ਸਮਝ ਵਰਤ ਰਿਹਾ, ਮੈਂ ਭਾਸ਼ਾ ਦਾ ਪ੍ਰੋਫੈਸਰ ਹਾਂ। ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਇਸ ਕਿਸਮ ਦਾ ਮੂਰਖ ਹੋਵੇ ਜਿਹੜਾ ਇਹ ਕਵੇ ਕਿ ਗੁਰੂ ਨਾਨਕ ਦੇਵ, ਕਬੀਰ ਜੀ ਅਤੇ ਗੋਰਖਨਾਥ ਪਟਨੇ ਇਸ ਥੜੇ ਤੇ ਬਹਿ ਕੇ, ਬਨਾਰਸ ਵਿੱਚ ਇਸ ਥੜੇ ਤੇ ਬਹਿ ਕੇ ਚਰਚਾ ਕਰਦੇ, ਉਹਨਾਂ ਦੇ ਸਮਿਆਂ ਦਾ ਅੰਤਰ ਕੀ ਆ? ਗੁਰੂ ਨਾਨਕ ਦੇਵ ਤੇ ਗੋਰਖਨਾਥ ਦਾ 500 ਸਾਲ ਦਾ ਅੰਤਰ ਆ, ਗੁਰੂ ਨਾਨਕ ਦੇਵ ਤੇ ਕਬੀਰ ਦਾ 250 ਸਾਲ ਦਾ ਅੰਤਰ ਆ। ਇਹਨਾਂ ਨੂੰ ਤਾਂ ਇੰਨੀ ਵੀ ਅਕਲ ਨਹੀਂ ਵੀ ਕੀ ਬੋਲਣਾ। ਸੋ ਜੋ ਮੂੰਹ ਆਉਂਦਾ ਬੋਲਦੇ ਨੇ। ਔਰ ਦੂਜੇ ਪਾਸੇ ਗੈਂਗ, ਮੈਂ ਇੱਕ ਸ਼ਬਦ ਵਰਤਣਾ ਚਾਹੁੰਦਾ ਕਿ ਗੈਂਗ ਕਿਹਨੂੰ ਕਹਿੰਦੇ ਆ? ਇਹ ਅੱਜ ਅਮਿਤ ਸ਼ਾਹ ਕਸ਼ਮੀਰ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਸੰਵਿਧਾਨ ਦੇ ਮੁਤਾਬਕ ਕੰਮ ਕਰ ਰਹੀਆਂ ਨੇ, ਸੰਵਿਧਾਨ ਤੋਂ ਮਾਨਤਾ ਪ੍ਰਾਪਤ ਪਾਰਟੀਆਂ ਨੇ, ਔਰ ਬੜੇ ਸੀਜ਼ਨਡ ਲੋਕ ਨੇ ਉਹਨਾਂ 'ਚ, ਅਬਦੁੱਲਾ ਸ਼ੇਖ ਅਬਦੁੱਲਾ ਦੇ ਪਰਿਵਾਰ ਦੇ ਬੱਚੇ। ਅੱਜ ਕਸ਼ਮੀਰ ਦੀਆਂ ਪਾਰਟੀਆਂ ਜਿਹੜੀਆਂ ਰਲ ਕੇ ਕਸ਼ਮੀਰ ਦੇ ਹਿੱਤਾਂ ਲਈ ਲੜ ਰਹੀਆਂ ਨੇ, ਕਸ਼ਮੀਰ ਦੇ ਹੱਕਾਂ ਲਈ ਲੜ ਰਹੀਆਂ ਨੇ, ਜਿਹੜੀਆਂ ਗੁਪਕਾਰ ਗਰੁੱਪ ਆ ਜਿਹੜਾ ਹਿੰਦੁਸਤਾਨ ਦੇ ਲੋਕਾਂ ਦੀ, ਆਵਾਮ ਦੀ ਨੁਮਾਇੰਦਗੀ ਕਰਦਾ, ਕਸ਼ਮੀਰੀਆਂ ਦੀ ਨੁਮਾਇੰਦਗੀ ਕਰਦਾ ਆ, ਉਹਨਾਂ ਨੂੰ ਅਮਿਤ ਸ਼ਾਹ ਗੈਂਗ ਕਹਿ ਰਿਹਾ। ਇਹ ਰਾਈਟਰਸ ਨੂੰ ਅਰਬਨ ਨਕਸਲ ਕਹਿ ਰਹੇ ਨੇ, ਲੋਕਾਂ ਨੂੰ ਗੈਂਗ। ਤਾਂ ਅਸਲ 'ਚ ਜੇ ਹਿੰਦੁਸਤਾਨ 'ਚ ਗੈਂਗ ਹੈ ਤਾਂ ਸਿਰਫ ਇੱਕੋ ਗੈਂਗ ਆ, ਮੋਦੀ ਤੇ ਅਮਿਤ ਸ਼ਾਹ ਦਾ ਗੈਂਗ। ਤੇ ਇਹਨਾਂ ਦੇ ਪਿੱਛੇ ਖੜੇ ਨੇ ਕਾਰਪੋਰੇਟ ਘਰਾਣੇ। ਅੱਜ ਹੋ ਕੀ ਰਿਹਾ? ਅੱਜ ਇਹ ਜਿਹੜੇ ਤਿੰਨੇ ਕਿਸਾਨੀ ਦੇ ਜਿਹੜੇ ਤਿੰਨੇ ਬਿੱਲ ਨੇ, ਬਿਜਲੀ ਦੇ ਬਿੱਲ, ਜਿਹੜੇ ਤਿੰਨੇ ਖੇਤੀ ਬਿੱਲ ਨੇ, ਚੌਥਾ ਬਿਜਲੀ ਐਕਟ ਕਿਉਂ ਰੌਲਾ ਪੈ ਰਿਹਾ ਕਿਸਾਨ? ਅੱਜ ਪੰਜਾਬ 'ਚ 10 ਰੁਪਏ ਯੂਨਿਟ ਵਿਕ ਰਹੀ ਆ। ਇਹ ਚਾਹੁੰਦੇ ਕੀ ਨੇ ਕਿ ਬਿਜਲੀ ਦੀਆਂ ਸਬਸਿਡੀਆਂ ਖਤਮ ਕਰਕੇ ਪੰਜਾਬ ਦੀ ਧਰਤੀ ਨੂੰ ਲਾਵਾਰਸ ਛੱਡ ਦਿੱਤਾ ਜਾਵੇ ਵੱਡੇ ਘਰਾਣਿਆਂ ਲਈ, ਜਿੱਥੇ ਆਪਣੇ ਉਹ ਪਾਵਰ ਪ੍ਰੋਜੈਕਟ ਲਾ ਸਕਣ। ਸੋ ਮੈਨੂੰ ਇਹ ਲੱਗਦਾ ਆ ਕਿ ਅੱਜ ਹਿੰਦੁਸਤਾਨ ਦੀ ਲੜਾਈ ਲੜ ਰਿਹਾ ਪੰਜਾਬ। ਪੰਜਾਬ ਦਾ ਕਿਸਾਨ ਕੇਵਲ ਕਿਸਾਨਾਂ ਦੀ ਲੜਾਈ ਨਹੀਂ ਲੜ ਰਿਹਾ, ਪੰਜਾਬ ਦਾ ਕਿਸਾਨ MSP ਦੀ ਲੜਾਈ ਨਹੀਂ ਲੜ ਰਿਹਾ, ਪੰਜਾਬ ਦਾ ਕਿਸਾਨ ਕੇਵਲ ਫਸਲਾਂ ਦੇ ਭਾਵਾਂ ਦੀ ਲੜਾਈ ਨਹੀਂ ਲੜ ਰਿਹਾ, ਪੰਜਾਬ ਦਾ ਕਿਸਾਨ ਅੱਜ ਹਿੰਦੁਸਤਾਨ ਦੀ ਲੜਾਈ ਲੜ ਰਿਹਾ। ਹਿੰਦੁਸਤਾਨ ਦੀ ਜਿਹੜਾ ਹਿੰਦੁਸਤਾਨ ਦਾ ਢਾਂਚਾ ਆ, ਸੈਕੂਲਰ ਢਾਂਚਾ ਆ, ਜਾਂ ਜਿਹੜਾ ਹਿੰਦੁਸਤਾਨ ਦਾ ਫੈਡਰਲ ਢਾਂਚਾ ਆ, ਪੰਜਾਬ ਦਾ ਕਿਸਾਨ ਹਿੰਦੁਸਤਾਨ ਦੇ ਫੈਡਰਲ ਢਾਂਚੇ ਦੀ ਲੜਾਈ ਲੜ ਰਿਹਾ। ਅੱਜ ਕੇਂਦਰ ਦੀ ਸਰਕਾਰ ਜਿਸ ਵੀ ਸਟੇਟ ਨੂੰ ਚਾਹੁੰਦੀ ਆ, ਉਸ ਸਟੇਟ ਖੇਤੀ ਜਿਹੜੀ ਹੈਗੀ ਆ, ਸਟੇਟ ਸਬਜੈਕਟ ਹੈ ਪ੍ਰਧਾਨ ਦੇ ਸਾਡੇ ਸੰਵਿਧਾਨ ਦੇ ਮੁਤਾਬਕ ਖੇਤੀ ਸਟੇਟ ਸਬਜੈਕਟ ਆ। ਇਹ ਖੋਲਿਆ ਗਿਆ ਸਟੇਟਾਂ ਤੋਂ। ਅੱਜ ਸਟੇਟਾਂ ਦੇ ਹੱਕਾਂ ਤੇ ਛਾਪਾ ਮਾਰਿਆ ਜਾ ਰਿਹਾ, ਸਾਰਾ ਕੁਝ ਸੈਂਟਰਲਾਈਜ਼ ਕੀਤਾ ਜਾ ਰਿਹਾ। ਕਹੇ ਇਹ ਗੱਲਾਂ ਪਰੰਪਰਾ ਦੀਆਂ ਕਰਦੇ ਨੇ। ਹਿੰਦੁਸਤਾਨ ਦੀ ਪਰੰਪਰਾ ਕੀ ਸੀ? ਸਾਂਝੀ ਸੰਸਕ੍ਰਿਤੀ ਦੀ ਪਰੰਪਰਾ ਸੀ। ਹਿੰਦੁਸਤਾਨ 'ਚ ਮੁਸਲਮਾਨ, ਈਸਾਈ, ਹਿੰਦੂ, ਸਿੱਖ ਇਕੱਠੇ ਰਹਿ ਰਹੇ ਨੇ, ਸਦੀਆਂ ਤੋਂ ਰਹਿ ਰਹੇ ਨੇ। ਸਾਡੀ ਸਹਿ ਹੋਣ ਦੀ ਪਰੰਪਰਾ, ਇੱਕ ਦੂਜੇ ਦੇ ਅਕੀਦੇ ਦਾ ਸਤਿਕਾਰ ਕਰਨ ਦੀ ਪਰੰਪਰਾ, ਇੱਕ ਦੂਜੇ ਦੇ ਧਰਮ ਦੀ, ਇੱਕ ਦੂਜੇ ਦੀ ਭਾਸ਼ਾ ਦਾ, ਇੱਕ ਦੂਜੇ ਦੇ ਸੱਭਿਆਚਾਰ ਦਾ, ਇੱਕ ਦੂਜੇ ਦੇ ਪਹਿਰਾਵੇ ਦਾ, ਖਾਣ ਪੀਣ ਦਾ, ਸਭ ਦਾ ਸਤਿਕਾਰ ਕਰਨ ਦੀ ਸਾਡੀ ਪਰੰਪਰਾ ਸੀ। ਔਰ ਦੂਜੀ ਸਾਡੀ ਗਿਆਨ ਦੀ ਪਰੰਪਰਾ ਆ, ਵਿਗਿਆਨ ਦੀ ਪਰੰਪਰਾ ਆ, ਚਿੰਤਨ ਦੀ ਪਰੰਪਰਾ, ਤਰਕਸ਼ੀਲਤਾ ਦੀ ਪਰੰਪਰਾ ਆ। ਸਾਡੀ ਉਸ ਤਰਕਸ਼ੀਲਤਾ ਦੀ ਪਰੰਪਰਾ ਨੂੰ ਅੱਜ ਇਹ ਕਹਿ ਰਹੇ ਨੇ ਕਿ ਕੋਵਿਡ ਦਾ ਇਲਾਜ ਗਊ ਮੂਤਰ ਨਾਲ ਹੋਏਗਾ। ਅੱਜ ਇਹ ਕਹਿ ਰਹੇ ਨੇ ਕਿ ਕੋਵਿਡ ਦਾ ਇਲਾਜ ਗਊ ਦਾ ਗੋਬਰ ਜਿਹੜਾ ਉਹਦੀ ਲੇਪ ਕਰਨਾ ਹੋਏਗਾ। ਇਹ ਅੱਜ ਡਾਕਟਰਾਂ ਨੂੰ ਸਿੱਖਿਆ ਦੇਣਗੇ, ਇਹ ਅੱਜ ਸਾਇੰਟਿਸਟਾਂ ਨੂੰ ਸਿੱਖਿਆ ਦੇਣਗੇ, ਇਹ ਅਨਪੜ੍ਹ ਟੋਲਾ। ਸੋ ਮੈਨੂੰ ਲੱਗਦਾ ਆ ਕਿ ਇਸ ਵੇਲੇ ਹਿੰਦੁਸਤਾਨ ਲਈ ਸਭ ਤੋਂ ਵੱਡਾ ਜਿਹੜਾ ਖਤਰਾ ਆ ਉਹ ਦਿੱਲੀ ਵਾਲੇ ਗੈਂਗ ਤੋਂ ਆ, ਹੋਰ ਕੋਈ ਗੈਂਗ ਨਹੀਂ। ਅਮਿਤ ਸ਼ਾਹ ਤੇ ਮੋਦੀ ਦਾ ਜਿਹੜਾ ਗੈਂਗ ਆ, ਇਹਦੇ ਤੋਂ ਸਭ ਤੋਂ ਵੱਡਾ ਖਤਰਾ ਆ। ਕੋਈ ਗੁਪਕਾਰ ਗੈਂਗ ਨਹੀਂ ਤੇ ਕੋਈ ਧਾੜਵੀ ਨਹੀਂ, ਕੋਈ ਅਰਬਨ ਨਕਸਲ ਨਹੀਂ, ਕੋਈ ਅਰਬਨ ਨਕਸਲ ਨਹੀਂ। ਡਾਕਟਰ ਸਾਹਿਬ, ਤੁਸੀਂ ਵੀ ਬੜਾ ਇੱਕ ਵੱਡਾ ਤਹੀਆ ਕੀਤਾ ਕਿਸਾਨ ਭਵਨ ਦੇ ਵਿੱਚ। ਤੁਸੀਂ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਬਤੌਰ ਜਨਰਲ ਸਕੱਤਰ ਕਿਸਾਨਾਂ ਦਾ ਜਿਹੜਾ ਮਹਾਸੰਘ ਬਣਿਆ ਉਸ ਦੇ ਵਿੱਚ ਆਪਣਾ ਯੋਗਦਾਨ ਪਾਉਣ ਲਈ ਪਹੁੰਚੇ ਹੋ, ਔਰ ਬਕਾਇਦਾ ਤੁਸੀਂ ਲੋਕ ਸੰਘਰਸ਼ਾਂ ਦੇ ਪਿੜਾਂ ਵਿੱਚ ਡਟੇ ਸਾਥੀ ਹੋ। ਇਹਨਾਂ ਦੇ ਨਾਲ ਕਿਸਾਨ ਮਜ਼ਦੂਰ ਤੇ ਆਮ ਲੁਕਾਈ ਏਕਾ ਜ਼ਿੰਦਾਬਾਦ, ਇਸ ਨਾਅਰੇ ਦੇ ਤਹਿਤ ਤੁਸੀਂ ਸਾਰੀਆਂ ਚੀਜ਼ਾਂ ਆਪਣਾ ਸਾਥ ਦੇ ਰਹੇ ਹੋ। ਲੇਖਕ ਹਮੇਸ਼ਾ ਤੋਂ ਖੈਰ ਜਦੋਂ ਵੀ ਕੋਈ ਆਵਾਜ਼ ਉੱਠਦੀ ਹੈ, ਜਦੋਂ ਕੋਈ ਜ਼ੁਲਮ ਉੱਠਦਾ ਹੈ, ਠੀਕ ਹੈ, ਕੁਛ ਇੱਕ ਸੱਤਾਧਾਰੀ ਪੱਖ 'ਚ ਬੈਠ ਜਾਂਦੇ ਨੇ। ਬਹੁਤ ਸਾਰੇ ਇਦਾਂ ਦੇ ਬਾਲੀਵੁੱਡ ਲੇਖਕ ਵੀ ਹੈਗੇ ਆ, ਬੜੇ ਵੱਡੇ ਨਾਂ ਨੇ, ਜਿਹੜੇ ਉਧਰ ਵੀ ਕਸੀਦੇ ਪੜ੍ਹਦੇ, ਪਦਮ ਸ਼੍ਰੀ ਬਣਨਾ ਹੁੰਦਾ ਹੈ ਨਾ, ਜਿਹੜੇ ਕਸੀਦੇ ਪੜ੍ਹਦੇ ਆ। ਕਿਉਂ ਲੱਗਿਆ ਕਿ ਸਾਨੂੰ ਸਾਰਿਆਂ ਨੂੰ ਲੇਖਕ ਸਭਾ ਖਾਸ ਤੌਰ ਦੇ ਉੱਤੇ ਜਿਹੜੀ 150 ਤੋਂ ਵੱਧ ਮੁਲਕਾਂ ਦੇ ਵਿੱਚ ਆਪਣੀਆਂ ਸਭਾਵਾਂ ਦੇ ਨਾਲ, ਆਪਣੀਆਂ ਇਕਾਈਆਂ ਦੇ ਨਾਲ ਕੰਮ ਕਰ ਰਹੀ ਆ, ਕਿਉਂ ਲੱਗਿਆ ਕਿ ਕਿਸਾਨੀ ਮਜ਼ਦੂਰੀ ਦੇ ਜਾਂ ਪੰਜਾਬੀਅਤ ਦੇ ਇਸ ਘੋਲ ਦੇ ਵਿੱਚ ਇਹਨਾਂ ਦੇ ਨਾਲ ਖੜਨਾ ਚਾਹੀਦਾ? ਉਹ ਠੀਕ ਹੈ ਕਿ ਅਸੀਂ ਉੱਥੇ ਜਾ ਕੇ ਧਰਨੇ ਨਹੀਂ ਦੇ ਸਕਦੇ, ਪਰ ਆਰਥਿਕ ਮਦਦ ਤੋਂ ਲੈ ਕੇ ਜਿਸ ਕਿਸਮ ਦੀ ਮਦਦ ਹੋ ਸਕਦੀ ਉਹ ਸਾਨੂੰ ਕਰਨੀ ਚਾਹੀਦੀ ਹੈ। ਕਿਉਂ ਲੱਗਿਆ ਕੇਂਦਰੀ ਪੰਜਾਬੀ ਲੇਖਕ ਸਭਾ ਨੂੰ? ਦੇਖੋ, ਮੈਂ ਇਹ ਸਮਝਦਾ ਕਿ ਜਿਹੜਾ ਪੰਜਾਬੀ ਭਾਈਚਾਰਾ ਆ, ਚਾਹੇ ਉਹ ਕਿਸੇ ਇੱਕ ਦੇ ਵਿੱਚ ਵਿਸ਼ਵਾਸ ਰੱਖੇ, ਪੰਜਾਬੀ ਭਾਈਚਾਰਾ ਮੈਂ ਸਮਝਦਾ ਕਿ ਗੁਰੂ ਨਾਨਕ ਦੀ ਬਾਣੀ ਨਾਲ ਵਰਸਾਇਆ ਹੋਇਆ ਪੰਜਾਬੀ ਭਾਈਚਾਰਾ ਆ। ਪੰਜਾਬੀ ਚਾਹੇ ਇਸਲਾਮ ਨੂੰ ਮੰਨੇ, ਪੰਜਾਬੀ ਚਾਹੇ ਹਿੰਦੂ ਧਰਮ ਨੂੰ ਮੰਨੇ, ਪੰਜਾਬੀ ਚਾਹੇ ਸਿੱਖ ਧਰਮ ਨੂੰ ਮੰਨੇ, ਪਰ ਅਸੀਂ ਗੁਰੂ ਨਾਨਕ ਨੂੰ ਆਪਣਾ ਸਾਂਝਾ ਪੀਰ ਮੰਨਦੇ ਹਾਂ, ਸਾਂਝਾ ਗੁਰੂ ਮੰਨਦੇ ਹਾਂ। ਅਤੇ ਗੁਰੂ ਨਾਨਕ ਬਾਹਦ ਉਹ ਸ਼ਖਸੀਅਤ ਨੇ
ਜਿਨ੍ਹਾਂ ਨੇ 1526 ਚ ਬਾਬਰ ਦੇ ਹਮਲੇ ਵੇਲੇ ਬਾਬਰ ਨੂੰ ਇਹ ਕਿਹਾ ਕਿ ਬਾਬਰ ਪਾਪ ਦੀ ਜੰਨ ਲੈ ਕੇ ਆਇਆ। ਸੋ ਮੈਂ ਸਮਝਦਾ ਕਿ ਪੰਜਾਬੀ ਲੇਖਕਾਂ ਨੂੰ ਜਿਹੜੀ ਕੁੱਟੀ ਮਿਲੀ ਆ, ਪੰਜਾਬੀ ਲੇਖਕਾਂ ਨੂੰ ਜਿਹੜੀ ਗੁੜਤੀ ਮਿਲੀ ਆ, ਉਹ ਨਾਨਕ ਬਾਣੀ ਤੋਂ ਮਿਲੀ ਆ, ਉਹ ਬਾਬੇ ਫਰੀਦ ਦੀ ਬਾਣੀ ਤੋਂ ਮਿਲੀ ਆ। ਸਾਨੂੰ ਜਿਹੜੀ ਆ ਰਜਿਸਟੈਂਸ ਦੀ ਜਿਹੜੀ ਪਰੰਪਰਾ ਪੰਜਾਬ ਦੀ ਰਜਿਸਟੈਂਸ ਦੀ ਪਰੰਪਰਾ ਨੂੰ ਫਰੀਦ ਬਾਣੀ ਨੇ, ਸੂਫੀਆਂ ਦੀ ਬਾਣੀ ਨੇ, ਗੁਰੂਆਂ ਨੇ, ਕਿੱਸਾਕਾਰਾਂ ਨੇ, ਸਾਡੇ ਭਗਤਾਂ ਨੇ, ਇਹਨਾਂ ਨੇ ਸਿੰਜਿਆ ਆ ਪੰਜਾਬ ਨੂੰ। ਤਾਂ ਮੈਂ ਸਮਝਦਾ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਇਹ ਬਹੁਤ ਪਵਿੱਤਰ ਫਰਜ਼ ਬਣਦਾ ਆ ਕਿ ਕਿਸਾਨਾਂ ਦਾ ਜਿਹੜਾ ਸੰਘਰਸ਼ ਆ ਉਹ ਕੇਵਲ ਕਿਸਾਨਾਂ ਦਾ ਸੰਘਰਸ਼ ਨਹੀਂ, ਸਗੋਂ ਉਹ ਹਿੰਦੁਸਤਾਨ ਦੇ ਆਵਾਮ ਦਾ, ਆਮ ਲੋਕਾਂ ਦਾ ਸੰਘਰਸ਼ ਆ, ਮਜ਼ਦੂਰਾਂ ਦਾ ਸੰਘਰਸ਼ ਆ, ਮੁਲਾਜ਼ਮਾਂ ਦਾ ਸੰਘਰਸ਼ ਆ, ਛੋਟੇ ਕਾਰੋਬਾਰੀਆਂ ਦਾ ਸੰਘਰਸ਼ ਆ। ਔਰ ਨਾਲ ਦੀ ਨਾਲ ਇਹ ਹਿੰਦੁਸਤਾਨ ਦਾ ਜਿਹੜਾ ਰਾਜਸੀ ਢਾਂਚਾ ਆ, ਜਿਹਨੂੰ ਮੈਂ ਕਹਿ ਰਿਹਾ ਕਿ ਹਿੰਦੁਸਤਾਨ ਦਾ ਫੈਡਰਲ ਢਾਂਚਾ ਆ, ਇਹ ਹਿੰਦੁਸਤਾਨ ਦੇ ਫੈਡਰਲ ਢਾਂਚੇ ਨੂੰ ਬਹਾਲ ਰੱਖਣ ਦਾ ਸੰਘਰਸ਼ ਆ, ਇਹ ਹਿੰਦੁਸਤਾਨ ਦੇ ਸੰਵਿਧਾਨ ਨੂੰ ਬਹਾਲ ਰੱਖਣ ਦਾ ਸੰਘਰਸ਼ ਆ। ਔਰ ਹਿੰਦੁਸਤਾਨ ਦੀਆਂ ਮਿਨੋਰਟੀਜ਼ ਖਾਸ ਤੌਰ 'ਤੇ, ਹਿੰਦੁਸਤਾਨ ਦੀਆਂ ਮਿਨੋਰਟੀਜ਼ ਨੂੰ ਅੱਜ ਇਹ ਵਿਸ਼ਵਾਸ ਨਹੀਂ, ਅੱਜ ਕੋਈ ਵੀ ਵਿਅਕਤੀ ਆਪਣੇ ਘਰ 'ਚ ਬੈਠਾ ਵੀ ਸੁਰੱਖਿਅਤ ਨਹੀਂ। ਅਤੇ ਜਦੋਂ ਇਹ ਸਥਿਤੀ ਹੋਵੇ ਕਿ ਆਪਣੇ ਆਦਮੀ ਆਪਣੇ ਘਰ 'ਚ ਬੈਠਾ ਵੀ ਸੁਰੱਖਿਅਤ ਨਾ ਮਹਿਸੂਸ ਕਰੇ ਤਾਂ ਸਰਕਾਰ ਨੂੰ ਕੰਧ 'ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਆ। ਸੋ ਮੈਨੂੰ ਇਹ ਲੱਗਦਾ ਕਿ ਜਿਹੜਾ ਕਿਸਾਨ ਸੰਘਰਸ਼ ਆ ਉਹ ਸਾਰੇ ਹਿੰਦੁਸਤਾਨ ਨੂੰ ਰਾਹ ਦਿਖਾਏਗਾ। ਅਖੀਰਲੀ ਟਿੱਪਣੀ, ਜਿੱਦਾਂ ਵਿਦੇਸ਼ਾਂ ਦੇ ਵਿੱਚ ਵੀ ਸਾਡੀਆਂ ਬ੍ਰਾਂਚਾਂ ਹੈਗੀਆਂ, ਕੇਂਦਰੀ ਪੰਜਾਬੀ ਲੇਖਕ ਸਭਾ ਦੀ ਗੱਲ ਕਰੀਏ ਜਾਂ ਪ੍ਰਗਤੀਸ਼ੀਲ ਲੇਖਕ ਮੰਚ ਦੀ ਗੱਲ ਕਰੀਏ ਆਪਾਂ, ਕੀ ਆਉਣ ਵਾਲੇ ਸਮੇਂ 'ਚ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਜਿਹੜੇ ਵਿਦੇਸ਼ਾਂ ਦੀਆਂ ਸਾਡੀਆਂ ਜਿਹੜੀਆਂ ਇਕਾਈਆਂ ਨੇ, ਉਹਨਾਂ ਇਕਾਈਆਂ ਤੋਂ ਇਹ ਉਮੀਦ ਕੀਤੀ ਜਾ ਸਕਦੀ, ਇਕਾਈਆਂ ਇੱਕ ਤਾਂ ਘੱਟੋ ਘੱਟ ਜਿਹੜੇ ਦੇਸ਼ 'ਚ ਬਣੀਆਂ ਹੋਈਆਂ ਨੇ, ਉੱਥੋਂ ਦੀਆਂ ਸਰਕਾਰਾਂ ਨੂੰ, ਉੱਥੇ ਦੇ ਗਵਰਨਰਸ ਨੂੰ ਪੰਜਾਬ ਦੀ ਸਥਿਤੀ ਜਾਂ ਹਿੰਦੁਸਤਾਨ ਦੀ ਸਥਿਤੀ ਬਾਰੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਜਾਣੂ ਕਰਾਉਣਗੀਆਂ। ਦੂਸਰੀ ਗੱਲ, ਉੱਥੇ ਜਾਣੂ ਕਰਵਾਉਣ ਕਿ ਭਾਰਤ ਸਰਕਾਰ ਨੂੰ, ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਇੱਦਾਂ ਦੀਆਂ ਕੋਈ ਚਿੱਠੀਆਂ ਭੇਜੀਆਂ ਜਾ ਸਕਦੀਆਂ ਨੇ, ਇੱਦਾਂ ਦੀਆਂ ਈਮੇਲ, ਇੱਦਾਂ ਦੇ ਮੰਗ ਪੱਤਰ ਦਿੱਤੇ ਜਾ ਸਕਦੇ ਆ ਕਿ ਅਸੀਂ ਵਿਦੇਸ਼ਾਂ 'ਚ ਬੈਠੇ ਹੋਏ ਪ੍ਰਗਤੀਸ਼ੀਲ ਲੇਖਕ ਜਾਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਲੋਕ, ਅਸੀਂ ਪੰਜਾਬ ਦੇ ਅੰਦੋਲਨਾਂ ਦੀ ਡਟਵੀਂ ਹਮਾਇਤ ਕਰਦੇ ਹਾਂ। ਕਿਉਂਕਿ ਇਹ ਮੈਂ ਸਵਾਲ ਇਸ ਕਰਕੇ ਪੁੱਛਿਆ ਕਿ NRI ਭਾਈਚਾਰਾ, ਜਦੋਂ ਕੋਈ ਰਾਜਨੀਤਿਕ ਬਦਲਾਅ ਆਉਂਦਾ, ਜਦੋਂ ਕੋਈ ਰਾਜਨੀਤਿਕ ਸਿਆਸੀ ਪਾਰਟੀ ਆਉਂਦੀ ਹੈ, ਜਿਵੇਂ ਆਮ ਆਦਮੀ ਪਾਰਟੀ ਆਈ ਸੀ, ਹਜੂਮ ਬਣ ਕੇ ਬਾਹਰੋਂ ਆਏ ਵੀ, ਦਿਲ ਖੋਲ੍ਹ ਕੇ ਪੈਸਾ ਵੀ ਦਿੱਤਾ, ਪਰ ਹੁਣ ਜਿਹੜਾ ਸੰਘਰਸ਼ ਹੈ ਇਹ ਲੋਕਾਈ ਦਾ ਸੰਘਰਸ਼ ਹੈ, ਹੋਂਦ ਦੀ ਲੜਾਈ ਹੈ, ਇਹ ਪੰਜਾਬੀਅਤ ਦੀ ਹੋਂਦ ਦੀ ਲੜਾਈ ਹੈ, ਫੈਡਰਲ ਢਾਂਚੇ ਦੀ ਲੜਾਈ ਹੈ, ਜਮਹੂਰੀ ਅਧਿਕਾਰਾਂ ਦੀ ਲੜਾਈ ਹੈ। ਕੀ ਆਉਣ ਵਾਲੇ ਸਮੇਂ 'ਚ ਇੱਦਾਂ ਦੇ ਕੋਈ ਐਕਸ਼ਨ ਦੇਖਣ ਨੂੰ ਮਿਲ ਸਕਦੇ ਆ ਕੇਂਦਰੀ ਪੰਜਾਬੀ ਲੇਖਕ ਸਭਾ ਦੇ NRI ਵਿੰਗਸ ਵੱਲੋਂ? ਦੇਖੋ, ਇੱਕ ਤਾਂ ਇਹ ਗੱਲ ਸਮਝ ਲੈਣੀ ਚਾਹੀਦੀ ਆ ਕਿ ਅਸੀਂ ਹੁਣ ਪੰਜਾਬ 'ਚ ਨਹੀਂ ਜਾਂ ਹਿੰਦੁਸਤਾਨ 'ਚ ਨਹੀਂ ਰਹਿ ਰਹੇ, ਅਸੀਂ ਇੱਕ ਗਲੋਬਲ ਵਰਲਡ 'ਚ ਰਹਿ ਰਹੇ ਹਾਂ, ਜਿਹੜਾ ਗਲੋਬਲ ਵਰਲਡ ਬਹੁਤ ਵੈਲ ਕਨੈਕਟਡ ਆ। ਤੁਹਾਡੇ ਹੱਥ ਵਿੱਚ ਜਿਹੜਾ ਪੋਸਟਰ ਆ, ਇਹ 11 ਵਜੇ ਤੱਕ ਇਹ ਇੰਗਲੈਂਡ, ਪਾਕਿਸਤਾਨ, ਆਸਟ੍ਰੇਲੀਆ, ਜਰਮਨ, ਇਹ ਸਾਰੀਆਂ ਇਕਾਈਆਂ ਤੱਕ ਪਹੁੰਚ ਚੁੱਕਾ ਸੀ। ਸੋ ਅੱਜ ਦਾ ਜਿਹੜਾ ਜ਼ਮਾਨਾ ਆ, ਇਹ ਸੂਚਨਾ ਦੀ ਟੈਕਨੋਲੋਜੀ ਦੇ ਪਸਾਰ ਦਾ ਜ਼ਮਾਨਾ ਆ। ਸੂਚਨਾ ਟੈਕਨੋਲੋਜੀ ਨੇ ਸਾਨੂੰ ਬਹੁਤ ਨੇੜੇ ਕੀਤਾ ਆ। ਇੱਕ ਤਾਂ ਹਿੰਦੁਸਤਾਨ ਤੋਂ ਬਾਹਰ ਜਿੱਥੇ ਸਾਡੇ ਲੇਖਕ ਬੈਠੇ ਨੇ, ਉਹ ਲੇਖਕ ਸਾਡੇ ਨਾਲੋਂ ਵੱਧ ਜਾਣਦੇ ਨੇ ਕਿ ਕਾਰਪੋਰੇਟ ਸੰਸਾਰ ਦੇ ਫੰਡੇ ਕੀ ਨੇ, ਕਾਰਪੋਰੇਟ ਸੰਸਾਰ ਕਿਵੇਂ ਮਾਰ ਕਰਦਾ, ਪੱਛਮ 'ਚ ਬੈਠਾ ਲੇਖਕ ਸਾਤੋਂ ਵੱਧ ਜਾਣਦਾ ਆ। ਇਸ ਕਰਕੇ ਮੈਨੂੰ ਇਹ ਪਤਾ ਆ ਕਿ ਜਿੱਥੇ ਜਿੱਥੇ ਮੈਨੂੰ ਖਾਸ ਤੌਰ 'ਤੇ ਮੈਨੂੰ ਇੰਗਲੈਂਡ ਅਤੇ ਕੈਨੇਡਾ ਵਾਲੇ ਸਾਥੀਆਂ ਦਾ ਪਤਾ ਆ ਕਿ ਉਹਨਾਂ ਦੀਆਂ ਸਭਾਵਾਂ ਨੇ ਕਿਸਾਨਾਂ ਦੇ ਹੱਕ 'ਚ, ਸਮਰਥਨ 'ਚ ਆਪਣੀਆਂ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਪ੍ਰਚਾਰ ਕੀਤਾ ਆ। ਔਰ ਅੱਜ ਸ਼ਾਮ ਤੱਕ ਇਹ ਹਿੰਦੁਸਤਾਨ ਤੋਂ ਬਾਹਰ ਵੀ ਬਹੁਤ ਸਾਰੇ ਦੇਸ਼ਾਂ 'ਚ ਇਹ ਸਾਡਾ ਪੈਂਫਲੇਟ ਪਹੁੰਚ ਚੁੱਕਿਆ ਹੋਏਗਾ। ਇੱਕ ਗੱਲ। ਦੂਸਰੀ ਗੱਲ, ਅਸੀਂ ਲੇਖਕਾਂ ਨੇ ਫੈਸਲਾ ਕੀਤਾ ਕਿ ਜਿਸ ਦਿਨ ਤੋਂ ਸੰਘਰਸ਼ ਸ਼ੁਰੂ ਹੋਇਆ, ਅਸੀਂ ਉਸੇ ਦਿਨ ਤੋਂ ਟੋਲ ਪਲਾਜ਼ਿਆਂ ਦੇ ਉੱਤੇ ਜਾ ਕੇ ਧਰਨੇ ਦੇ ਰਹੇ ਹਾਂ। ਅਸੀਂ ਰਿਲਾਇੰਸ ਦੇ ਪੈਟਰੋਲ ਪੰਪਾਂ 'ਤੇ ਧਰਨਿਆਂ 'ਤੇ ਸ਼ਾਮਲ ਹੋ ਰਹੇ ਹਾਂ। ਅਸੀਂ ਪੰਜਾਬ ਬੰਦ ਵਿੱਚ ਸ਼ਾਮਲ ਹੋਏ, ਅਸੀਂ ਚੱਕਾ ਜਾਮ ਦੇ ਵਿੱਚ ਸ਼ਾਮਲ ਹੋਏ। ਅਸੀਂ ਇਹ ਵੀ ਐਲਾਨ ਕੀਤਾ ਗਿਆ ਕਿ 26-27 ਨਵੰਬਰ ਨੂੰ ਕੇਂਦਰੀ ਸਭਾ ਦੇ ਲੇਖਕ ਔਰ ਵੱਡੇ ਲੇਖਕਾਂ ਦਾ ਜੱਥਾ ਜਿਹੜਾ ਸੀਗਾ, ਉਹ ਜਾ ਕੇ ਨਾਲ ਦਿੱਲੀ ਜਾ ਕੇ ਗ੍ਰਿਫਤਾਰ ਹੋਏਗਾ, ਗ੍ਰਿਫਤਾਰੀ ਲਈ ਪੇਸ਼ ਕਰੇਗਾ। ਸੋ ਅਸੀਂ ਇਸ ਸੰਘਰਸ਼ ਵਿੱਚ ਪੇਸ਼ ਰਹਾਂਗੇ। ਇਹ ਸਾਡੀ ਮੋਰਲ ਡਿਊਟੀ ਆ, ਇਹ ਸਾਡਾ ਸਭ ਦਾ ਫਰਜ਼ ਬਣਦਾ ਆ ਕਿ ਇਹ ਲੜਾਈ ਕੇਵਲ ਕਿਸਾਨ ਦੀ ਲੜਾਈ ਨਹੀਂ, ਇਹ ਹਿੰਦੁਸਤਾਨ ਦੇ ਆਵਾਮ ਦੇ ਆਰਥਿਕ ਹਿੱਤਾਂ ਦੀ ਔਰ ਇਹ ਹਿੰਦੁਸਤਾਨ ਦੇ ਸੰਵਿਧਾਨ ਦੀ ਅਜ਼ਮਤ ਦੀ ਲੜਾਈ ਆ। ਅਸੀਂ ਛੋਟੀ ਲੜਾਈ ਨਹੀਂ ਲੜ ਰਹੇ, ਅਸੀਂ ਆਰਥਿਕਤਾ ਦੀ ਲੜਾਈ ਨਹੀਂ ਲੜ ਰਹੇ, ਅਸੀਂ ਹਿੰਦੁਸਤਾਨ ਦੇ ਫੈਡਰਲ ਢਾਂਚੇ ਦੀ ਲੜਾਈ ਲੜ ਰਹੇ ਹਾਂ। ਅਸੀਂ ਉਸ ਸੈਕੂਲਰਿਜ਼ਮ ਦੀ ਲੜਾਈ ਲੜ ਰਹੇ ਹਾਂ। ਅਸੀਂ ਉਸ ਸਾਂਝੀ ਸੰਸਕ੍ਰਿਤੀ ਦੀ ਲੜਾਈ ਲੜ ਰਹੇ ਹਾਂ ਜਿਸ ਸਾਂਝੀ ਸੰਸਕ੍ਰਿਤੀ ਨੂੰ ਫਰੀਦ ਨੇ ਸਿੰਜਿਆ, ਬਾਬੇ ਨਾਨਕ ਨੇ ਸਿੰਜਿਆ, ਜਿਹਨੂੰ ਅਮੀਰ ਖੁਸਰੋ ਨੇ ਸਿੰਜਿਆ ਅਤੇ ਜਿਹਨੂੰ ਦੱਖਣ 'ਚ ਬੈਠੇ ਭਗਤਾਂ ਨੇ ਸਿੰਜਿਆ। ਅਸੀਂ ਉਸ ਸਾਂਝੀ ਅਦਮਤ ਲਈ ਲੜ ਰਹੇ ਹਾਂ।
ਬਹੁਤ ਧੰਨਵਾਦ ਡਾਕਟਰ ਸੁਖਦੇਵ ਸਿੰਘ ਸਰਸਾ, ਵਾਇਸ ਆਫ ਪੰਜਾਬ ਟੀਵੀ ਗੱਲਬਾਤ ਕਰਨ ਦੇ ਲਈ। ਪਿਆਰੇ ਦਰਸ਼ਕੋ, ਵਿਚਾਰ ਚਰਚਾ ਨੂੰ ਅੱਜ ਡਾਕਟਰ ਸੁਖਦੇਵ ਸਿੰਘ ਸਰਸਾ ਹੋਰਾਂ ਦੀ ਗੱਲਬਾਤ ਖਤਮ ਕਰਕੇ ਇੱਥੇ ਵਿਰਾਮ ਦਿੰਦੇ ਆ। ਫਿਰ ਕਿਸੇ ਹੋਰ ਸ਼ਖਸੀਅਤ ਨਾਲ ਇਹਨਾਂ ਸਾਰੀਆਂ ਘਟਨਾਵਾਂ ਦੇ ਉੱਤੇ, ਭਾਰਤ ਅਤੇ ਪੰਜਾਬ ਦੇ ਹਾਲਾਤਾਂ ਦੇ ਉੱਤੇ, ਰਾਜਨੀਤਿਕ ਸ਼ੀਸ਼ੇ ਦੇ ਵਿੱਚੋਂ, ਰਾਜਨੀਤਿਕ ਬਾਰੀ ਦੇ ਵਿੱਚੋਂ ਕਿਸ ਤਰੀਕੇ ਦੀ ਝਾਤ ਦੇਖਣ ਨੂੰ ਮਿਲਦੀ ਹੈ, ਫਿਰ ਕਿਸੇ ਹੋਰ ਸੱਜਣ, ਹੋਰ ਕਿਸੇ ਅਦੀਬ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਫਿਲਹਾਲ ਦਿਓ ਇਜਾਜ਼ਤ, ਬਣੇ ਰਹੋ ਵਾਇਸ ਆਫ ਪੰਜਾਬ ਟੀਵੀ ਦੇ ਨਾਲ। ਸਤਿ ਸ਼੍ਰੀ ਅਕਾਲ।